ਤਾਂ ਹੁਣ ਪੂਰਨ ਸੰਤ ਕਿਹਨੂੰ ਕਿਹਾ ਜਾਂਦਾ ਹੈ ਜਰਾ ਸਮਝਣਾ। ਕਈ ਵਾਰ ਬੰਦਾ ਸੋਚ ਲੈਂਦਾ ਕਿ ਪੂਰਨ ਸੰਤ ਉਹ ਹੈ ਜਿਹਨੂੰ ਕੋਈ ਬਿਮਾਰੀ ਕੋਈ ਤਕਲੀਫ ਨਾ ਆਵੇ, ਜਿਹਦੇ 'ਚ ਇਦਾਂ ਦੀਆਂ ਚਮਤਕਾਰੀ ਸ਼ਕਤੀਆਂ ਪੈਦਾ ਹੋ ਜਾਂਦੀਆਂ ਕਿ ਉੱਤੇ ਕੋਈ ਚੀਜ਼ ਅਸਰ ਨਹੀਂ ਕਰ ਸਕਦੀ। ਤਾਂ ਇੱਕ ਗੱਲ ਯਾਦ ਰੱਖਣਾ ਕਿ ਪੂਰਨ ਸੰਤ ਬਾਰੇ ਪਹਿਲਾਂ ਸਮਝ ਲਈਏ। ਪੂਰਨ ਸੰਤ ਦਾ ਮਤਲਬ ਇਹ ਨਹੀਂ ਹੈ ਕਿ ਉਹਨੂੰ ਕੋਈ ਬਿਮਾਰੀ ਨਹੀਂ ਲੱਗਣੀ, ਉਹਨੂੰ ਕੋਈ ਤਕਲੀਫ ਨਹੀਂ ਆਣੀ, ਉਹਨੂੰ ਕੋਈ ਦੁੱਖ ਨਹੀਂ ਆਣਾ। ਪੂਰਨ ਸੰਤ ਦਾ ਮਤਲਬ ਇਹ ਹੈ ਕਿ ਉਹ ਅੰਦਰੋਂ ਉਸ ਅਵਸਥਾ ਤੱਕ ਪਹੁੰਚ ਚੁੱਕਾ ਹੈ ਕਿ ਹੁਣ ਦੁੱਖ ਆਂਦਾ ਵੀ ਹੈ ਤਾਂ ਉਹ ਸ਼ਾਂਤ ਰਹਿੰਦਾ ਹੈ, ਆਨੰਦਿਤ ਰਹਿੰਦਾ ਹੈ, ਖੁਸ਼ ਰਹਿੰਦਾ ਹੈ। ਹੁਣ ਅਸੀਂ ਜੇ ਪੂਰਨ ਸੰਤਾਂ ਗੁਰੂਆਂ ਰਹਿਬਰਾਂ ਦੀ ਗੱਲ ਕਰੀਏ ਤਾਂ ਜ਼ਰਾ ਧਿਆਨ ਦੇਣਾ, ਮਹਾਤਮਾ ਬੁੱਧ ਦੀ ਮ੍ਰਿਤਿੂ ਕਿੱਦਾਂ ਹੋਈ? ਕਿਉਂਕਿ ਉਹਨਾਂ ਨੇ ਜ਼ਹਿਰੀਲਾ ਭੋਜਨ ਕਰ ਲਿਆ ਸੀ। ਤਾਂ ਜੇ ਹੁਣ ਇਨਸਾਨ ਕਵੇ ਮਹਾਤਮਾ ਬੁੱਧ ਤਾਂ ਪੂਰਨ ਭਗਵਾਨ ਦਾ ਰੂਪ ਸੀ, ਜ਼ਹਿਰ ਦਾ ਅਸਰ ਉਹਨਾਂ ਤੇ ਕਿੱਦਾਂ ਹੋ ਗਿਆ? ਤਾਂ ਜ਼ਰਾ ਹੁਣ ਗੌਰ ਕਰਨਾ। ਪਰ ਸਮਝਣ ਵਾਲੀ ਗੱਲ ਇੱਥੇ ਇਹ ਹੈ ਕਿ ਉਹਨਾਂ ਨੇ ਜ਼ਹਿਰੀਲਾ ਭੋਜਨ ਕਰ ਵੀ ਲਿਆ ਤਾਂ ਵੀ ਉਹਨਾਂ ਦੇ ਚਿਹਰੇ ਦੀ ਆਭਾ, ਸ਼ਾਂਤੀ, ਆਨੰਦ ਉਸੇ ਤਰ੍ਹਾਂ ਕਾਇਮ ਰਿਹਾ। ਫਿਰ ਜਰਾ ਦੇਖੀਏ ਕਿ ਜੀਸਸ ਕ੍ਰਾਈਸਟ ਪੂਰਨ ਭਗਵਾਨ ਦਾ ਰੂਪ ਉਹਨਾਂ ਨੂੰ ਕਿਹਾ ਗਿਆ, ਪੂਰਨ ਸੰਤ। ਤਾਂ ਉਹਨਾਂ ਦੇ ਹੱਥਾਂ ਪੈਰਾਂ ਇੱਕ ਗੱਲ ਠੋਕੇਗੇ ਤਾਂ ਖੂਨ ਨਿਕਲਿਆ ਕਿ ਨਹੀਂ? ਇਹ ਥੋੜੀ ਕਿ ਹੁਣ ਪੂਰਨ ਸੰਤ ਹੈ ਤਾਂ ਖੂਨ ਨਹੀਂ ਨਿਕਲਣਾ, ਜਾਂ ਉਹਨਾਂ ਦੀ ਬੋਡੀ ਮੈਨ ਆਫ ਸਟੀਲ ਹੋ ਗਏ ਕਿ ਹੁਣ ਉਹ ਸਟੀਲ ਦੀ ਬੋਡੀ ਹੋ ਗਈ, ਬਣ ਗਏ ਸੁਪਰਮੈਨ, ਕਿ ਕੋਈ ਚੀਜ਼ ਟਕਰਾਵੇ ਤਾਂ ਖਤਮ ਨਹੀਂ। ਪਹਿਲਾਂ ਇਸ ਚੀਜ਼ ਨੂੰ ਸਮਝ ਲਈਏ ਕਿ ਪੂਰਨ ਸੰਤ ਦਾ ਮਤਲਬ ਹੈ ਅੰਦਰਲੀ ਉਹ ਅਵਸਥਾ ਕਿ ਜਿੱਥੇ ਬਾਹਰ ਹੱਥਾਂ 'ਚ ਕਿੱਲ ਵੀ ਠੋਕੇ ਜਾ ਰਹੇ ਹੈ ਪਰ ਚਿਹਰੇ ਤੇ ਉਹਨਾਂ ਦੇ ਉਹੀ ਸ਼ਾਂਤੀ ਹੈ। ਉੱਥੇ ਵੀ ਉਹਨਾਂ ਦੇ ਅੰਦਰ ਕਿਹੜੀ ਭਾਵਨਾ ਹੈ ਕਿ ਇਹ ਮੇਰੇ ਪਿਤਾ ਇਹਨਾਂ ਨੂੰ ਮਾਫ ਕਰ ਦੇ, ਇਹਨਾਂ ਨੂੰ ਨਹੀਂ ਪਤਾ ਇਹ ਕੀ ਕਰ ਰਹੇ ਹੈ। ਇਹ ਹੁੰਦੀ ਹੈ ਪੂਰਨ ਸੰਤ ਦੀ ਅਵਸਥਾ। ਜ਼ਰਾ ਬੰਦਾ ਸੋਚੇ ਕਿ ਬੰਦੇ ਦੇ ਮਨ 'ਚ ਕੰਡਾ ਵੀ ਲੱਗ ਜਾਂਦਾ ਹੈ ਤਾਂ ਬੰਦਾ ਪਰਮਾਤਮਾ ਨੂੰ ਦੋਸ਼ ਦੇਣਾ ਸ਼ੁਰੂ ਕਰ ਦਿੰਦਾ, ਗੁੱਸੇ ਨਾਲ ਭਰ ਜਾਂਦਾ ਹੈ, ਕ੍ਰੋਧ ਨਾਲ ਭਰ ਜਾਂਦਾ ਹੈ, ਔਰ ਬੰਦਾ ਕਿੰਨੀਆਂ ਗਾਲਾਂ ਕੱਢਦਾ ਹੈ। ਪਰ ਪੂਰਨ ਸੰਤ ਇੱਕ ਅੰਦਰ ਦੀ ਉਹ ਆਨੰਦ ਦੀ ਅਵਸਥਾ ਹੈ ਕਿ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ, ਉਹਨਾਂ ਦੇ ਸ਼ੀਸ਼ ਤੇ ਗਰਮ ਰੇਤਾ ਪਾਈ ਗਈ, ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਛਾਲੇ ਨਹੀਂ ਪਏ ਜਾਂ ਉਹਨਾਂ ਨੂੰ ਤਕਲੀਫ ਨਹੀਂ ਆਈ। ਤਕਲੀਫ ਆਈ, ਸਰੀਰ ਸੜਿਆ, ਸਰੀਰ ਤੇ ਜ਼ਖਮ ਵੀ ਹੋਏ, ਛਾਲੇ ਵੀ ਪਏ, ਪਰ ਜਿਹੜੀ ਅੰਦਰ ਦੀ ਉਹਨਾਂ ਦੀ ਅਵਸਥਾ ਸੀ ਉਹ ਆਨੰਦ ਦੀ ਅਵਸਥਾ ਸੀ, ਉਹ ਸ਼ਾਂਤੀ ਦੀ ਅਵਸਥਾ ਸੀ, ਉਹ ਪ੍ਰੇਮ ਦੀ ਅਵਸਥਾ ਸੀ ਕਿ ਉੱਥੇ ਬਹਿ ਕੇ ਵੀ ਉਹਨਾਂ ਨੇ ਸਰਬਤ ਦਾ ਭਲਾ ਮੰਗਿਆ। ਇਹਨੂੰ ਕਹਿੰਦੇ ਪੂਰਨ ਸੰਤ ਦੇ ਗੁਣ, ਪੂਰਨ ਸਤਿਗੁਰ ਦੇ ਗੁਣ। ਹੁਣ ਮਹਾਵੀਰ ਦੇ ਕੰਨਾਂ 'ਚ ਕੇਲ ਠੋਕੇ ਗਏ ਤਾਂ ਲਹੂ ਉਹਨਾਂ ਦੇ ਕੰਨਾਂ 'ਚੋਂ ਵੀ ਨਿਕਲਿਆ ਸੀ। ਇਹ ਨਹੀਂ ਕਿ ਮਹਾਵੀਰ ਦੇ ਕੰਨਾਂ 'ਚ ਕੇਲ ਠੋਕੇ ਗਏ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਜਾਂ ਕਿੱਲ ਵਿੰਗੇ ਹੋ ਗਏ, ਨਹੀਂ, ਤਕਲੀਫ ਉਹਨਾਂ ਨੂੰ ਵੀ ਹੋਈ, ਪਰ ਉਹਨਾਂ ਦੀ ਅੱਖਾਂ 'ਚ ਉਹ ਆਨੰਦ ਸੀ, ਉਹ ਸ਼ਾਂਤੀ ਸੀ, ਚਿਹਰੇ ਤੇ ਉਹ ਮੁਸਕਰਾਹਟ ਸੀ ਕਿ ਉਸ ਪੀੜ ਨੂੰ ਝੱਲ ਕੇ ਵੀ ਉਹਨਾਂ ਨੇ ਉਫ ਤੱਕ ਨਹੀਂ ਕੀਤੀ ਔਰ ਦੋਸ਼ ਨਹੀਂ ਰੱਖਿਆ ਕਿ ਜਿਹੜੇ ਮੇਰੇ ਕੰਨਾਂ 'ਚ ਕਿੱਲ ਠੋਕ ਰਹੇ ਆ ਇਹ ਮੇਰੇ ਦੁਸ਼ਮਣ ਹੋ ਗਏ ਜਾਂ ਮੈਂ ਇਹਨਾਂ ਨਾਲ ਨਫ਼ਰਤ ਕਰਾਂ ਜਾਂ ਇਹਨਾਂ ਨੂੰ ਬਦਦੁਆ ਦੇਵਾਂ। ਨਹੀਂ, ਕਿਉਂਕਿ ਪੂਰਨ ਸੰਤ ਦੇ ਅੰਦਰੋਂ ਹਰ ਵੇਲੇ ਪ੍ਰੇਮ ਹੀ ਨਿਕਲਦਾ ਹੈ। ਕੋਈ ਉਹਨਾਂ ਦੇ ਪੱਥਰ ਮਾਰ ਦੇਵੇ, ਕੋਈ ਕਿੱਲ ਠੋਕ ਦੇਵੇ ਤਾਂ ਵੀ ਉਹਨਾਂ ਨੇ ਉਹਦਾ ਭਲਾ ਹੀ ਮੰਗਣਾ ਹੈ। ਇਹ ਹੁੰਦੇ ਪੂਰਨ ਸੰਤ ਦੇ ਗੁਣ। ਫਿਰ ਅਸੀਂ ਦੇਖੀਏ ਰਾਮ ਕ੍ਰਿਸ਼ਨ ਮੂਰਤੀ, ਉਹਨਾਂ ਨੂੰ ਗਲੇ ਦਾ ਕੈਂਸਰ ਹੋਇਆ ਜੋ ਵਿਵੇਕਾਨੰਦ ਦੇ ਗੁਰੂ ਸੀ, ਕਿੰਨੀ ਤਕਲੀਫ 'ਚ ਰਹੇ। ਇੱਥੇ ਤੱਕ ਕਿ ਵਿਵੇਕਾਨੰਦ ਜਾਂ ਹੋਰ ਸੇਵਕਾਂ ਨੇ ਕਹਿਣਾ ਕਿ ਮਹਾਰਾਜ ਤੁਹਾਡੇ ਤੋਂ ਤਾਂ ਪਾਣੀ ਵੀ ਨਹੀਂ ਪੀ ਹੁੰਦਾ, ਖਾਣਾ ਵੀ ਨਹੀਂ ਖਾ ਹੁੰਦਾ, ਤੁਹਾਡੇ ਗਲੇ 'ਚ ਇਦਾਂ ਦਾ ਕੈਂਸਰ ਹੈ ਕਿ ਤੁਸੀਂ ਜਦੋਂ ਬੰਦਗੀ ਤੇ ਬਹਿੰਦੇ ਹੋ ਤਾਂ ਬੇਨਤੀ ਕਰੋ ਭਗਵਾਨ ਨੂੰ ਕਿ ਮੇਰਾ ਇਹ ਸੰਕਟ ਦੂਰ ਕਰੋ। ਇੱਕ ਦਿਨ ਤਾਂ ਸੇਵਕਾਂ ਨੇ ਬੜੀ ਮਿਹਨਤ ਕੀਤੀ ਉਹਨਾਂ ਨੂੰ ਮਨਾਉਣ ਵਾਸਤੇ ਕਿ ਅੱਜ ਤੁਹਾਨੂੰ ਬੇਨਤੀ ਕਰਨੀ ਪੈਣੀ ਹੈ, ਫਰਿਆਦ ਕਰਨੀ ਪੈਣੀ ਆਪਣੇ ਵਾਸਤੇ, ਪ੍ਰਾਰਥਨਾ ਕਰਨੀ ਪੈਣੀ ਹੈ ਆਪਣੇ ਦੁੱਖ ਵਾਸਤੇ। ਤਾਂ ਆਪਣੇ ਸੇਵਕਾਂ ਦੀ ਬੇਨਤੀ ਮੰਨ ਕੇ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਤਾਂ ਕੋਲ ਹੀ ਸਾਰੇ ਸੇਵਕ ਬੈਠੇ ਹੈ ਕਿ ਹੁਣੇ ਪ੍ਰਾਰਥਨਾ ਕਰਨਗੇ, ਠੀਕ ਹੋ ਜਾਣਗੇ। ਪਰ 10 ਮਿੰਟ ਬੀਤੇ, 15 ਮਿੰਟ ਬੀਤੇ, ਅੱਧਾ ਘੰਟਾ ਬੀਤਿਆ, ਇਸੇ ਤਰ੍ਹਾਂ ਕਾਫੀ ਸਮਾਂ ਬੀਤ ਗਿਆ। ਜਦੋਂ ਉਹਨਾਂ ਨੇ ਅੱਖਾਂ ਖੋਲੀਆਂ ਤਾਂ ਉਹਨਾਂ ਦੀਆਂ ਅੱਖਾਂ 'ਚ ਆਂਸੂ ਸੀ, ਪਰ ਉਹ ਆਂਸੂ ਆਨੰਦ ਦੇ ਸੀ। ਤਾਂ ਸੇਵਕਾਂ ਨੇ ਕਿਹਾ ਕਿੱਦਾਂ ਪ੍ਰਾਰਥਨਾ ਕਰ ਦਿੱਤੀ, ਆਪਣੀ ਬਿਮਾਰੀ ਨੂੰ ਦੂਰ ਕਰਨ ਵਾਸਤੇ ਬੇਨਤੀ ਕਰ ਦਿੱਤੀ। ਤਾਂ ਉਸ ਵੇਲੇ ਉਹ ਹੱਸ ਕੇ ਕਹਿਣ ਲੱਗੇ ਕਿ ਕੀ ਕਰਾਂ, ਜਦੋਂ ਅੰਦਰ ਸੁਰਤੀ ਜੁੜੀ ਤਾਂ ਮੇਰਾ ਆਨੰਦ ਹੀ ਆਨੰਦ ਸੀ, ਔਰ ਜਿੱਥੇ ਆਨੰਦ ਹੀ ਆਨੰਦ ਹੋਵੇ ਉੱਥੇ ਬੇਨਤੀ ਕੀ ਕਰਨੀ, ਫਰਿਆਦ ਕੀ ਕਰਨੀ? ਜ਼ਰਾ ਸੋਚੋ। ਇਹਨੂੰ ਕਹਿੰਦੇ ਪੂਰਨ ਸੰਤ ਦੀ ਅਵਸਥਾ ਕਿ ਜਿਨ੍ਹਾਂ ਦਾ ਧਿਆਨ ਆਪਣੇ ਸਰੀਰ ਦੀ ਤਕਲੀਫ ਵੱਲ ਨਹੀਂ ਹੈ, ਕਿਉਂਕਿ ਉਹ ਜਾਣ ਚੁੱਕੇ ਕਿ ਸਰੀਰ ਮੈਂ ਨਹੀਂ ਹੈ, ਮੇਰੀ ਅਵਸਥਾ ਸਰੀਰ ਤੋਂ ਬਹੁਤ ਉੱਪਰ ਹੈ। ਹੁਣ ਉਹਨਾਂ ਦੇ ਸਰੀਰ ਨੂੰ ਰੋਗ ਤਾਂ ਆਉਣਗੇ, ਉਹਨਾਂ ਦੇ ਸਰੀਰ ਨੂੰ ਤਕਲੀਫਾਂ, ਦੁੱਖ ਤਾਂ ਆਉਣਗੇ, ਪਰ ਉਹ ਦੁੱਖ ਤੋਂ ਘਬਰਾਣਗੇ ਨਹੀਂ, ਉਹ ਦੁੱਖ ਤੋਂ ਪਰੇਸ਼ਾਨ ਨਹੀਂ ਹੋਣਗੇ, ਬਲਕਿ ਉਸ ਦੁੱਖ ਦੇ ਵਿੱਚ ਵੀ ਉਹਨਾਂ ਦੇ ਅੰਦਰ ਉਹ ਸ਼ਾਂਤੀ, ਉਹ ਆਨੰਦ, ਉਹ ਖੁਸ਼ੀ ਬਣੀ ਰਹੇਗੀ। ਹੁਣ ਸ਼ਾਹ ਮਨਸੂਰ ਦੀ ਅਵਸਥਾ ਦੇਖ ਲਓ
ਕਿ ਸ਼ਾਹ ਮਨਸੂਰ ਦੇ ਹੱਥ ਪੈਰ ਕੱਟੇ ਗਏ, ਸਮਝਦੇ ਹੋ ਕਿ ਨਹੀਂ? ਉਹਨਾਂ ਦੇ ਹੱਥ ਵੀ ਕੱਟੇ ਗਏ, ਕੰਨ ਵੀ ਕੱਟੇ ਗਏ, ਨੱਕ ਵੀ ਕੱਟਿਆ ਗਿਆ, ਜ਼ੁਬਾਨ ਵੀ ਕੱਟੀ ਗਈ, ਪਰ ਫਿਰ ਵੀ ਉਹਨਾਂ ਦੇ ਚਿਹਰੇ ਤੇ ਉਹ ਸ਼ਾਂਤੀ ਰਹੀ। ਉਹਨਾਂ ਦੇ ਅੰਦਰ ਉਹੀ ਅਵਸਥਾ ਸੀ। ਨਹੀਂ ਤਾਂ ਅੱਜ ਇਨਸਾਨ ਨੂੰ ਕੋਈ ਧਮਕੀ ਦੇ ਦੇਵੇ ਨਾ ਕਿ ਤੇਰੀ ਉਂਗਲ ਕੱਟ ਦੇਵਾਂਗੇ ਜਾਂ ਤੇਰਾ ਹੱਥ ਕੱਟ ਦੇਵਾਂਗੇ, ਮੇਰੀ ਗੱਲ ਮੰਨ ਲੈ, ਤਾਂ ਬੰਦਾ ਆਪਣੀ ਜਾਨ ਬਚਾਉਣ ਵਾਸਤੇ ਅਗਲੇ ਦੀ ਕੋਈ ਵੀ ਗੱਲ ਮੰਨਣ ਨੂੰ ਤਿਆਰ ਹੋ ਜਾਏਗਾ। ਪਰ ਸ਼ਾਹ ਮਨਸੂਰ ਵਰਗਿਆਂ ਨੂੰ, ਸ਼ੁਕਰਾਤ ਵਰਗਿਆਂ ਨੂੰ, ਜਿਨ੍ਹਾਂ ਨੂੰ ਜ਼ਹਿਰ ਦੇ ਪਿਆਲੇ ਦਿੱਤੇ ਗਏ, ਉਹਨਾਂ ਨੂੰ ਕਿਹਾ ਕਿ ਜੇ ਤੂੰ ਸਾਡੀ ਗੱਲ ਮੰਨ ਲਏਗਾ ਤਾਂ ਤੇਰੀ ਜਾਨ ਬਚ ਸਕਦੀ ਹੈ। ਪਰ ਉਹਨਾਂ ਨੂੰ ਪਤਾ ਸੀ ਕਿ ਹੱਕ ਦਾ ਰਸਤਾ ਕੀ ਹੈ, ਸੱਚ ਦਾ ਰਸਤਾ ਕੀ ਹੈ। ਉਹ ਕਹਿੰਦੇ ਕਿ ਮੈਂ ਆਪਣੇ ਹੱਕ ਸੱਚ ਨੂੰ ਨਹੀਂ ਛੱਡ ਸਕਦਾ, ਆਨੰਦ ਨੂੰ ਨਹੀਂ ਛੱਡ ਸਕਦਾ। ਇਸ ਲਈ ਹੱਸਦਿਆਂ ਹੋਇਆਂ ਉਹਨਾਂ ਨੇ ਆਪਣੀ ਜਾਨ ਦੇ ਦਿੱਤੀ। ਪਰ ਉਹਨਾਂ ਦੀ ਅਵਸਥਾ ਕੀ ਸੀ? ਆਨੰਦ ਦੀ ਅਵਸਥਾ, ਕਿ ਉਹਨਾਂ ਅੰਦਰ ਕਿਸੇ ਵਾਸਤੇ ਵਾਧੂਆ ਨਹੀਂ ਸੀ। ਅੱਜ ਜੇ ਇਨਸਾਨ ਆਪਣੀ ਅਵਸਥਾ ਦੇਖੇ ਤਾਂ ਇਨਸਾਨ ਦੀ ਅਵਸਥਾ ਔਰ ਸੰਤ ਦੀ ਅਵਸਥਾ ਵਿੱਚ ਫਰਕ ਕੀ ਹੈ? ਕਿ ਇਨਸਾਨ ਨੂੰ ਕੋਈ ਮਾੜਾ ਜਿਹਾ ਘੂਰ ਕੇ ਵੀ ਦੇਖ ਲਵੇ ਤਾਂ ਇਨਸਾਨ ਉਹਦੇ ਨਾਲ ਲੜਨ ਨੂੰ ਤਿਆਰ ਹੋ ਜਾਂਦਾ ਹੈ, ਉਹਨੂੰ ਉਹਦੇ ਨਾਲ ਮਾਰਨ ਨੂੰ ਤਿਆਰ ਹੋ ਜਾਂਦਾ ਹੈ। ਤੇ ਇੱਕ ਸੰਤਾਂ ਦੇ ਕੋਈ ਪੱਥਰ ਵੀ ਮਾਰ ਦੇਵੇ, ਸੰਤ ਉਦੋਂ ਵੀ ਕਹਿੰਦੇ ਹੈ ਭਗਵਾਨ ਤੇਰਾ, ਰੱਬ ਤੇਰਾ ਭਲਾ ਕਰੇ, ਉਹ ਉਸ 'ਚੋਂ ਵੀ ਆਨੰਦ ਲੈਂਦੇ ਹੈ। ਇਹ ਹੁੰਦੀ ਹੈ ਸੰਤਾਂ ਦੀ ਅਵਸਥਾ। ਪਰ ਸਾਨੂੰ ਕਈ ਵਾਰ ਲੱਗਦਾ ਹੈ ਕਿ ਇਨਸਾਨ ਇਹ ਸੋਚਦਾ ਹੈ ਕਿ ਜਦੋਂ ਉਹ ਪਰਮਾਤਮਾ ਨਾਲ ਜਾਂ ਉਹ ਪਰਮਾਨੰਦ ਨਾਲ ਮੇਲ ਹੁੰਦਾ ਤਾਂ ਇਨਸਾਨ ਇੰਨਾ ਸ਼ਕਤੀਸ਼ਾਲੀ ਹੋ ਜਾਂਦਾ ਹੈ ਕਿ ਇਨਸਾਨ ਤੇ ਕੋਈ ਦੁੱਖ ਨਹੀਂ ਆ ਸਕਦਾ, ਇਨਸਾਨ ਤੇ ਕੋਈ ਸੰਕਟ ਨਹੀਂ ਆ ਸਕਦਾ, ਇਨਸਾਨ ਤੇ ਕੋਈ ਤਕਲੀਫ ਨਹੀਂ ਆ ਸਕਦੀ, ਇਨਸਾਨ ਪੱਥਰ ਚਟਾਨ ਨਾਲੋਂ ਜ਼ਿਆਦਾ ਮਜ਼ਬੂਤ ਹੋ ਜਾਂਦਾ ਹੈ, ਜਾਂ ਇਨਸਾਨ ਹੁਣ ਜੋ ਚਾਹਵੇ ਉਹ ਕਰ ਸਕਦਾ ਹੈ। ਤੇ ਇੱਕ ਗੱਲ ਇਹ ਵੀ ਯਾਦ ਰੱਖਣਾ ਕਿ ਰੱਬ ਦਾ ਪਿਆਰਾ ਉਹਨੂੰ ਕਿਹਾ ਜਾਂਦਾ ਹੈ ਜੋ ਉਹਦੀ ਰਜ਼ਾ 'ਚ ਰਾਜੀ ਰਵੇ, ਉਹਦੇ ਭਾਣੇ ਨੂੰ ਮਿੱਠਾ ਮੰਨ ਕੇ ਚਲੇ, ਉਹਨੂੰ ਕਹਿੰਦੇ ਪਰਮਾਤਮਾ ਦਾ ਪਿਆਰਾ। ਹੁਣ ਜੇ ਤੁਹਾਡਾ ਪਿਆਰਾ ਤੁਹਾਨੂੰ ਤਕਲੀਫ ਦੇਗਾ, ਤੂੰ ਕਹਿਣਾ ਮੈਨੂੰ ਤੇਰੇ ਨਾਲ ਪਿਆਰ ਹੈ, ਤੇਰਾ ਦੁੱਖ ਵੀ ਮੈਨੂੰ ਕਬੂਲ ਹੈ। ਸੋ ਆਨੰਦ ਦੀ ਅਵਸਥਾ ਦਾ ਮਤਲਬ ਇਹ ਹੈ ਕਿ ਅੰਦਰੋਂ ਹੁਣ ਉਹ ਆਨੰਦ ਦੀ ਅਵਸਥਾ ਹੈ ਕਿ ਬਾਹਰ ਦੁੱਖ ਆਵੇ, ਸੁੱਖ ਆਵੇ, ਖੁਸ਼ੀ ਆਵੇ, ਗਮੀ ਆਵੇ, ਹੁਣ ਉਹਦਾ ਸਾਡੇ ਜੀਵਨ ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਇਹਨੂੰ ਕਹਿੰਦੇ ਹੈ ਬ੍ਰਹਮ ਗਿਆਨ, ਯਾਨੀ ਉਹ ਗਿਆਨ ਦੀ ਅਵਸਥਾ, ਉਹ ਆਨੰਦ ਦੀ ਅਵਸਥਾ ਨੂੰ ਪਾਣਾ। ਇਸ ਲਈ ਜੇ ਅਸੀਂ ਸੰਤਾਂ ਦੇ ਸਹੀ ਮਾਇਨੇ 'ਚ ਜੀਵਨ ਨੂੰ ਸਮਝੀਏ ਤਾਂ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਤਕਲੀਫਾਂ, ਦੁੱਖ, ਸੰਕਟ ਤਾਂ ਸਾਰਿਆਂ ਗੁਰੂਆਂ, ਰਹਿਬਰਾਂ, ਸੰਤਾਂ, ਪੀਰਾਂ, ਫਕੀਰਾਂ ਦੇ ਜੀਵਨ 'ਚ ਆਏ ਹੈ। ਕ੍ਰਿਸ਼ਨ ਦੇ ਜੀਵਨ 'ਚ ਨਹੀਂ ਤਕਲੀਫਾਂ ਆਈਆਂ? ਜ਼ਰਾ ਦੇਖੋ ਕਿ ਇੱਥੇ ਤੱਕ ਕ੍ਰਿਸ਼ਨ ਦੀ ਅਵਸਥਾ ਤਾਂ ਉਹ ਹੋ ਗਈ ਕਿ ਅੰਤ ਵੇਲੇ ਉਹਨਾਂ ਨੇ ਦੇਖਿਆ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਉਹਨਾਂ ਦੇ ਸਾਰੇ ਪੁੱਤਰ ਲੜ ਕੇ ਆਪਸ ਵਿੱਚ ਮਰ ਗਏ, ਪਰ ਫਿਰ ਵੀ ਉਹ ਸ਼ਾਂਤ ਬੈਠੇ ਰਹੇ। ਨਹੀਂ ਤਾਂ ਬੰਦਾ ਕਹੇ ਕਿ ਜੇ ਉਹ ਪੂਰਨ ਅਵਤਾਰ ਸੀ, ਭਗਵਾਨ ਸੀ, ਤਾਂ ਉਹਨਾਂ ਨੇ ਕੀਤਾ ਕਿਉਂ ਨਹੀਂ, ਇਦਾਂ ਕਿਉਂ ਨਹੀਂ ਕੀਤਾ? ਸੋ ਕਿਸ ਦਿਨ ਕ੍ਰਿਸ਼ਨ ਦੇ ਜੀਵਨ ਤੇ ਡਿਟੇਲ ਨਾਲ ਗੱਲ ਕਰਾਂਗੇ ਤਾਂ ਫਿਰ ਇਹਦੀ ਖੁੱਲ੍ਹ ਕੇ ਵਿਆਖਿਆ ਕਰਾਂਗੇ। ਪਰ ਇੱਥੇ ਦੱਸਣਾ ਕੀ ਚਾਹੁੰਦੇ ਆ ਕਿ ਇੰਨੀ ਪੀੜਾ ਉਹਨਾਂ ਦੀ ਅੱਖਾਂ ਸਾਹਮਣੇ ਆਈ, ਪਰ ਫਿਰ ਵੀ ਅੰਦਰ ਉਹ ਆਨੰਦ ਵਿੱਚ ਰਹੇ, ਸ਼ਾਂਤ ਰਹੇ। ਤਾਂ ਕਈ ਕਹਿ ਦਿੰਦੇ ਹੈ ਕਿ ਕ੍ਰਿਸ਼ਨ ਦੇ ਬੱਚੇ ਉਹਦੀ ਅੱਖਾਂ ਸਾਹਮਣੇ ਤਾਂ ਮਰੇ ਹੈ ਕਿ ਜਿਹੜੀ ਧ੍ਰਿਤਰਾਸ਼ਟਰ ਦੀ ਪਤਨੀ ਸੀ ਉਹਨੇ ਸ਼ਰਾਪ ਦਿੱਤਾ ਸੀ ਕ੍ਰਿਸ਼ਨ ਨੂੰ ਕਿ ਜਿੱਦਾਂ ਮੇਰੇ 100 ਪੁੱਤਰ ਤੇਰੇ ਕਰਕੇ ਜੰਗ ਵਿੱਚ ਮਰੇ ਹੈ, ਤਾਂ ਮੈਂ ਤੈਨੂੰ ਸ਼ਰਾਪ ਦਿੰਦੀ ਹੈ ਕਿ ਤੇਰੇ ਵੀ ਬੱਚੇ, ਤੇਰਾ ਵੀ ਕੁੱਲ ਤੇਰੀਆਂ ਅੱਖਾਂ ਦੇ ਮੂਹਰੇ ਉਹਦਾ ਨਾਸ਼ ਹੋਏਗਾ। ਕਈ ਕਿਤਾਬਾਂ ਵਿੱਚ ਲਿਖਿਆ ਆਉਂਦਾ ਹੈ ਕਿ ਗੰਧਾਰੀ ਨੇ ਸ਼੍ਰੀ ਕ੍ਰਿਸ਼ਨ ਨੂੰ ਸ਼ਰਾਪ ਦਿੱਤਾ ਸੀ। ਤੇ ਅਸੀਂ ਬੜਾ ਸੋਚ ਕੇ ਵਿਚਾਰ ਕਰੀਦਾ ਕਿ ਜੇ ਗੰਧਾਰੀਏ ਸ਼ਰਾਪ ਦੇਣਾ ਹੀ ਸੀ ਤਾਂ ਤੂੰ ਕ੍ਰਿਸ਼ਨ ਨੂੰ ਕਿਉਂ ਦਿੱਤਾ? ਪਹਿਲੀ ਪਾਂਡਵਾਂ ਨੂੰ ਦੇ ਦਿੰਦੀ, ਪਾਂਡਵਾਂ ਦੀ ਸੈਨਾ ਨੂੰ ਦੇ ਦਿੰਦੀ, ਕਮ ਸੇ ਕਮ ਤੇਰੇ ਪੁੱਤਰ ਤਾਂ ਬਚ ਜਾਂਦੇ। ਜੇ ਤੇਰੇ ਸ਼ਰਾਪ 'ਚ ਇੰਨੀ ਤਾਕਤ ਹੈ, ਜਾਂ ਪਤਾ ਹੀ ਹੋਣਾ ਸੀ ਕਿ ਸ਼ਰਾਪ ਦਾ ਅਸਰ ਹੋਣਾ ਹੀ ਹੈ, ਤਾਂ ਫਿਰ ਬਾਅਦ ਚੋਂ ਜਦੋਂ ਪੁੱਤਰ ਮਰ ਗਏ ਕ੍ਰਿਸ਼ਨ ਨੂੰ ਦੇਣ ਦਾ ਕੀ ਫਾਇਦਾ? ਪਹਿਲੇ ਹੀ ਦੇ ਦਿੰਦੀ। ਸਮਝ ਆ ਰਹੀ ਹੈ ਸਾਡੀ ਗੱਲ? ਹੁਣ ਤੁਹਾਨੂੰ ਪਤਾ ਤੁਹਾਡੇ ਕੋਲ ਕੋਈ ਸ਼ਕਤੀ ਹੈ, ਹੁਣ ਤੁਹਾਡਾ ਬੱਚਾ ਸੰਕਟ ਵਿੱਚ ਹੈ, ਪਹਿਲਾਂ ਤੁਸੀਂ ਬੱਚੇ ਨੂੰ ਮਰਦਾ ਦੇਖੋ, ਫਿਰ ਉਸ ਸ਼ਕਤੀ ਦਾ ਇਸਤੇਮਾਲ ਕਰੋ। ਤਾਂ ਫਿਰ ਤਾਂ ਮਾਂ ਦੀ ਮਮਤਾ ਨਾ ਹੋਈ, ਉਹ ਤਾਂ ਮੂਰਖਤਾ ਹੋਈ ਕਿ ਜੇ ਕੋਈ ਸ਼ਕਤੀ ਹੈ, ਚਾਹੇ ਸ਼ਰਾਪ ਦੀ ਹੈ, ਚਾਹੇ ਵਰਦਾਨ ਦੀ ਹੈ, ਉਹ ਪਹਿਲਾਂ ਇਸਤੇਮਾਲ ਕਰ। ਪਰ ਇੱਥੇ ਦੱਸਣਾ ਕੀ ਚਾਹਾਂਗੇ ਕਿ ਇਹ ਜਿਹੜਾ ਸ਼ਰਾਪ ਵਾਲੀ ਕਹਾਣੀ ਹੈ, ਨਹੀਂ ਤਾਂ ਜ਼ਰਾ ਸੋਚੋ, ਹੋਵੇ ਭਗਵਾਨ ਤਾਂ ਸ਼ਰਾਪ ਦਾ ਉੱਤੇ ਅਸਰ ਹੋ ਜਾਵੇ। ਜ਼ਰਾ ਗੌਰ ਕਰਨਾ ਕਿ ਕ੍ਰਿਸ਼ਨ ਤਾਂ ਉਸ ਉੱਚੀ ਅਵਸਥਾ ਤੇ ਸੀ ਜਿੱਥੇ ਕਿਸੇ ਸ਼ਰਾਪ ਦਾ ਅਸਰ ਨਹੀਂ ਹੋ ਸਕਦਾ। ਇਹ ਤਾਂ ਸਿਰਫ ਮਨ ਦੀ ਅਵਸਥਾ ਨੂੰ ਦੱਸਣ ਵਾਸਤੇ ਕਿਹਾ ਗਿਆ ਹੈ ਕਿ ਕ੍ਰਿਸ਼ਨ ਉਸ ਉੱਚੀ ਅਵਸਥਾ ਤੱਕ ਪਹੁੰਚ ਚੁੱਕੇ ਸੀ ਕਿ ਹੁਣ ਜਿੰਨਾ ਮਰਜ਼ੀ ਸੰਕਟ ਆਇਆ ਫਿਰ ਵੀ ਅੰਦਰੋਂ ਉਹ ਆਨੰਦ ਨਾਲ ਭਰਪੂਰ ਰਹੇ, ਉਹ ਅੰਦਰੋਂ ਸ਼ਾਂਤੀ ਨਾਲ ਭਰਪੂਰ ਰਹੇ। ਕਿਉਂਕਿ ਇਹ ਅਵਸਥਾ ਕਿਸੇ ਵਿਰਲੇ ਸੰਤ ਦੀ ਹੋ ਸਕਦੀ ਹੈ, ਇਹ ਪਹੁੰਚੇ ਹੋਏ ਗੁਰੂਆਂ ਰਹਿਬਰਾਂ ਦੀ ਅਵਸਥਾ ਹੋ ਸਕਦੀ ਹੈ ਕਿ ਬਾਹਰ ਹਾਲਾਤ ਜੈਸੇ ਮਰਜ਼ੀ, ਹੁਣ ਅੰਦਰ ਉਹ ਸ਼ਾਂਤੀ ਨਾਲ ਭਰਪੂਰ ਹੈ।
वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।